ਵਾਹਿਗੁਰੂ ਸਾਹਿਬ ਜੀਓ। ਆਏ ਪ੍ਰਭੁ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਆਪ ਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਵਾਹਿਗੁਰੂ ਸਾਹਿਬ ਜੀ। ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਈਸਰ ਬਰਮਾ ਇੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀਓ। ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਕੇ ਨਿਤ ਦੀ ਮਰਿਆਦਾ ਦੇ ਅਨੁਸਾਰ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਗੁਰਬਾਣੀ ਸੁਣ ਕੇ, ਗੁਰਬਾਣੀ ਦੀ ਵਿਚਾਰ ਸੁਣ ਕੇ, ਗੁਰੂ ਦਾ ਦਰਸ਼ਨ ਕਰਕੇ, ਜਿੱਥੇ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਾਂ, ਉੱਥੇ ਨਾਲ ਵਿਚਾਰ ਰੂਪੀ ਦਰਸ਼ਨ ਕਰਦੇ ਹਾਂ। ਵਿਚਾਰ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਸੋ ਆਓ ਆਪਾਂ ਰਲ ਮਿਲ ਕੇ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ ਗੁਰਦੁਆਰਾ ਪੰਜਾਬੀ ਖਾਲਸਾ ਦੀਵਾਨ ਕੋਲਡ ਸਿਟੀ ਦੇ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ, ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਇਹ ਕਥਾ ਵਿਚਾਰ ਚੱਲ ਰਹੀ ਹੈ। ਰਲ ਮਿਲ ਕੇ ਲਾਹੇ ਪ੍ਰਾਪਤ ਕਰਦੇ ਹਾਂ। ਆਓ ਆਪੋ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਸੁਣਿਐ ਈਸਰ ਬਰਮਾ ਇੰਦ। ਇਸੇ ਤਰ੍ਹਾਂ ਹੀ ਉਚਾਰਨ ਕਰਨਾ ਜਿਵੇਂ ਸਿੰਘ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਕਿਉਂਕਿ ਵਿਸਰਾਮ ਦਾ ਬਹੁਤ ਧਿਆਨ ਰੱਖਣਾ ਹੁੰਦਾ। ਇਸ ਦੇ ਪੰਗਤੀ ਦੇ ਜਿਹੜੇ ਵਿਸਰਾਮ ਨੇ ਇਹਨਾਂ ਪੌੜੀਆਂ ਦੇ ਵਿੱਚ ਸੁਣਿਆ ਤੇ ਹੀ ਲੱਗਦੇ ਨੇ। ਕਈ ਵਾਰੀ ਜਦੋਂ ਆਪਾਂ ਪਾਠ ਕਰਦੇ ਹਾਂ, ਆਪਾਂ ਇੱਕ ਤਾਂ ਸੁਣਿਆ ਸ਼ਬਦ ਨੂੰ ਗਲਤ ਉਚਾਰਨ ਕਰ ਦਿੰਦੇ ਹਾਂ। ਇਹ ਸੱਸੇ ਨੂੰ ਔਂਕੜ, ਨਾਣੇ ਨੂੰ ਸਿਹਾਰੀ ਲੱਗੀ ਆ, ਐੜੇ ਦੇ ਉੱਪਰ ਦੁਲਾਵਾਂ ਨੇ, ਸੁਣਿਆ। ਅਤੇ ਆਪਾਂ ਕਾਹਲੀ ਨਾਲ ਪਾਠ ਕਰਨ ਵੇਲੇ ਸੁਣੀਏ ਕਹਿ ਦਿੰਦੇ ਹਾਂ, ਅਤੇ ਫਿਰ ਅਸੀਂ ਨਾਲ ਵਿਸਰਾਮ ਵੀ ਗਲਤ ਕਰਦੇ ਹਾਂ। ਸੁਣੀਏ ਈਸਰ ਬਰਮਾ ਇੰਦ, ਇਸ ਤਰ੍ਹਾਂ ਨਹੀਂ ਕਰਨਾ। ਸੁਣਿਆ ਕਹਿ ਕੇ ਪੂਰਾ ਵਿਸਰਾਮ ਦੇਣਾ, ਫਿਰ ਅੱਗੇ ਪੜ੍ਹਨਾ ਈਸਰ ਬਰਮਾ ਇੰਦ। ਸੁਣਿਆ ਈਸਰ ਬਰਮਾ ਇੰਦ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਧਾਂ ਨੂੰ ਕਹਿ ਰਹੇ ਨੇ ਕਿ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਈਸਰ ਕਹੀਏ ਸ਼ਿਵ ਜੀ, ਬਰਮਾ ਕਹੀਏ ਬ੍ਰਹਮਾ ਤੇ ਇੰਦ, ਵਿਸ਼ਨੂੰ, ਇੰਦਰ ਜਾਂ ਚੰਦਰਮਾ, ਇਹ ਸਾਰੇ ਹੀ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਹੋਏ ਨੇ। ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਰਕੇ ਹੀ ਈਸਰ ਸ਼ਿਵ, ਬਰਮਾ ਬ੍ਰਹਮਾ ਤੇ ਇੰਦ, ਇੰਦਰ ਜਾਂ ਚੰਦਰਮਾ ਆਦਿਕ ਦੇਵਤਿਆਂ ਪਾਸੋਂ ਵੀ ਵਾਹਿਗੁਰੂ ਨਾਮ ਦੀ ਮਹਿਮਾ ਸੁਣੀ ਦੀ ਹੈ।
ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਈਸ਼ਰ ਕਹੀਏ ਸ਼ਿਵ ਜੀ ਵੀ ਸੁਣਦੇ ਆ, ਬਰਮਾ ਕਹੀਏ ਬ੍ਰਹਮਾ ਵੀ ਸੁਣਦਾ, ਇੰਦ ਕਹੀਏ ਇੰਦਰ ਵੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸੁਣ ਕੇ ਹੀ ਗੌਤਮ ਰਿਖੀ ਦੇ ਸਰਾਪ ਤੋਂ ਮੁਕਤ ਹੋਇਆ ਸੀ। ਭਾਵ ਇਹ ਸਾਰੇ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸੁਣਦੇ ਹਨ ਤੇ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸੁਣਨ ਦਾ ਸਦਕਾ ਹੀ ਈਸ਼ਰ ਸ਼ਿਵ ਜੀ ਨੇ ਸਮੁੰਦਰ ਮੰਥਨ ਸਮੇਂ ਨਿਕਲਿਆ ਜ਼ਹਿਰ ਆਪਣੇ ਕੰਠ ਦੇ ਵਿੱਚ ਧਾਰਨ ਕਰ ਲਿਆ, ਕਿਉਂਕਿ 88,000 ਵਰ੍ਹੇ ਸ਼ਿਵ ਜੀ ਸਮਾਧੀ ਲਗਾ ਕੇ ਤੇ ਸ਼ਰਵਣ ਦੇ ਮਹਾਤਮ ਨੂੰ ਗਾਉਂਦਾ ਰਿਹਾ। ਬ੍ਰਹਮਾ 10 ਲੱਖ ਵਰ੍ਹੇ ਅਕਾਲ ਪੁਰਖ ਵਾਹਿਗੁਰੂ ਦਾ ਸ਼ਰਵਣ ਸਿਮਰਨ ਕੀਤਾ, ਫਿਰ ਕਹਿੰਦੇ ਸ੍ਰਿਸ਼ਟੀ ਸਾਜਣ ਦੀ ਤਾਕਤ ਆਈ। ਇੰਦ ਕਹੀਏ ਇੰਦਰ ਵੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਸਰਵਣ ਕਰਕੇ ਹੀ ਸਹਸ ਭਗਾਂ ਵਾਲੇ ਸਰਾਪ ਤੋਂ ਮੁਕਤ ਹੋਇਆ। ਇੰਦ ਕਹੀਏ ਚੰਦਰਮਾ ਨੇ ਆਪਣੇ ਗੁਰੂ ਬ੍ਰਹਸਪਤੀ ਦੀ ਇਸਤਰੀ ਨਾਲ ਕੁਕਰਮ ਕਰਕੇ ਬੁੱਧ ਨਾਮੀ ਪੁੱਤਰ ਪੈਦਾ ਕੀਤਾ ਸੀ, ਤਾਂ ਗੁਰੂ ਸਾਹਿਬ ਜੀ ਨੇ ਇਸ ਨੂੰ ਬਦਸੂਰਤ ਹੋਣ ਦਾ ਸਰਾਪ ਦਿੱਤਾ। ਤਾਂ ਇਹਨੂੰ ਜਿਹੜਾ ਕਲੰਕ ਲੱਗਿਆ ਸੀ ਉਹ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਸੁਣਨ ਕਰਕੇ ਹੀ ਸ਼ਾਂਤ ਹੋਇਆ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਨੇ, ਪਰ ਨਾਰੀ ਕੇ ਭਜੇ ਚੰਦਰ ਕਲੰਕ ਲਗਾਏ। ਸੋ ਇਸ ਕਰਕੇ ਪਿਆਰਿਓ, ਵਾਹਿਗੁਰੂ ਦੇ ਨਾਮ ਦੀ ਮਹਿਮਾ ਸੁਣਨ ਕਰਕੇ ਹੀ ਈਸ਼ਰ ਸ਼ਿਵ ਬਰਮਾ ਬ੍ਰਹਮਾ ਤੇ ਇੰਦਰ ਜਾਂ ਚੰਦਰਮਾ ਆਦਿਕ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੁਣਨ ਦਾ ਮਹਾਤਮ ਜਿਹੜਾ ਹੈ ਪਿਆਰਿਓ, ਇਹ ਬਹੁਤ ਵੱਡਾ ਹੈ। ਸੁਣਿਐ ਮੁਖ ਸਾਲਾਹਣ ਮੰਦ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਦੇ ਨਾਲ ਹੀ ਜੀਵ ਆਪਣੇ ਮੁਖ ਮੂੰਹ ਤੋਂ ਪ੍ਰਭੂ ਪਰਮਾਤਮਾ ਦੇ ਸਲਾਹੁਣੇ ਵਾਲਾ ਹੋ ਜਾਂਦਾ ਹੈ। ਤੇ ਮੰਦ ਦਾ ਅਰਥ ਹੁੰਦਾ ਵਾਲਾ, ਜਿਵੇਂ ਆਪਾਂ ਕਹਿੰਦੇ ਹਾਂ ਅਕਲਮੰਦ, ਅਕਲ ਵਾਲਾ, ਦੌਲਤਮੰਦ, ਧਨ ਦੌਲਤ ਵਾਲਾ। ਸੋ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਜੀਵ ਉਸ ਵਾਹਿਗੁਰੂ ਪਰਮਾਤਮਾ ਦੀ ਸਲਾਹੁਣਾ ਕਰਦਾ ਹੈ। ਸੁਣਿਐ ਜੋਗ ਜੁਗਤ ਤਨ ਭੇਦ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਜੋਗ ਵਿੱਚ ਜੁਗਤ ਜੁੜ ਕੇ ਤਨ ਸਰੀਰ ਦੇ ਭੇਦ ਨੂੰ ਸਮਝਦਾ ਹੈ। ਨਾਰਾਇਣ ਹਰੀ ਉਪਦੇਸ਼ ਅਨੁਸਾਰ ਇਸ ਸਰੀਰ ਦੇ ਵਿੱਚ 72 ਕਰੋੜ 72 ਲੱਖ 10,201 ਨਾੜੀਆਂ ਨੇ ਤੇ ਇਹਨਾਂ ਸਾਰੀਆਂ ਨਾੜੀਆਂ ਨੂੰ ਜੇ ਸਿਰੇ ਨਾਲ ਸਿਰੇ ਜੋੜ ਕੇ ਸਿੱਧੀਆਂ ਕਰ ਦਿੱਤੀਆਂ ਜਾਣ, ਬਹੁਤ ਜ਼ਿਆਦਾ ਲੰਬਾਈ ਹੋ ਜਾਵੇਗੀ। ਇਹੋ ਜਿਹੀਆਂ ਸੂਖਮ ਨਾੜਾਂ ਦੇ ਭੇਦ ਡਾਕਟਰ ਲੋਕ ਵੀ ਪੂਰੀ ਤਰ੍ਹਾਂ ਨਹੀਂ ਸਮਝ ਪਾਉਂਦੇ। ਆਤਮ ਗਿਆਨੀ ਜਿਹੜੇ ਹੁੰਦੇ ਨੇ, ਨਾਮ ਵਾਹਿਗੁਰੂ ਪਰਮਾਤਮਾ ਦਾ ਜਪਣ ਵਾਲੇ ਜਿਹੜੇ ਹੁੰਦੇ ਨੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹੁੰਦੇ ਨੇ, ਉਹ ਇਹਨਾਂ ਦਾ ਭੇਦ ਵੀ ਪਾ ਲੈਂਦੇ ਹਨ। ਨਾਮ ਰਤੇ ਜੋਗ ਜੁਗਤ ਵਿਚਾਰ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਆਤਮ ਪਦ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ। ਸੁਣਿਐ ਸਾਸਤ ਸਿਮਰਤ ਵੇਦ। ਵਾਹਿਗੁਰੂ ਦੇ ਨਾਮ ਨੂੰ ਸੁਣਨ ਦੇ ਨਾਲ ਹੀ ਸਾਸਤ ਕਹੀਏ 6 ਸ਼ਾਸਤਰ, ਸਿਮਰਤ ਤੇ 27 ਸਿਮਰਤੀਆਂ ਤੇ ਵੇਦ, 4 ਵੇਦਾਂ ਦਾ ਗਿਆਨ ਹੋ ਜਾਂਦਾ ਹੈ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੈ ਘਟ ਘਟ ਭੇਦ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਬ੍ਰਹਮ ਵੇਤਾ ਸ਼ਾਸਤ ਤੇ ਉਹ ਜੋ ਸੱਚ ਸਰੂਪ ਪਰਮੇਸ਼ਰ ਵਾਹਿਗੁਰੂ ਹੈ ਉਸ ਨੂੰ ਸਿਮਰ ਕੇ ਵੇਦ ਕਹੀਏ ਜਾਣ ਲੈਂਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਵਾਹਿਗੁਰੂ ਪਰਮੇਸ਼ਰ ਦੇ ਭਗਤਾਂ ਨੂੰ ਸਦਾ ਹਮੇਸ਼ਾ ਹੀ ਵਿਗਾਸ ਆਨੰਦ ਖੇੜਾ ਬਣਿਆ ਰਹਿੰਦਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਸਾਰੇ ਦੁੱਖ ਤਕਲੀਫਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਵੀ ਜਿਹੜੀ ਇਹ ਪੌੜੀ ਆ, ਇਹਦੇ ਵਿੱਚ ਮਹਾਰਾਜ ਦੱਸ ਰਹੇ ਨੇ ਕਿ ਈਸ਼ਰ ਸ਼ਿਵ ਜੀ ਬਰਮਾ ਇੰਦਰ ਵਿਸ਼ਨੂੰ ਚੰਦਰਮਾ ਸਾਰੇ ਪ੍ਰਮਾਤਮਾ ਦੇ ਨਾਮ ਦੀ ਮਹਿਮਾ
ਸੁਣਨ ਦੀ ਮਹਿਮਾ ਉਚਾਰਨ ਕਰਦੇ ਹਨ। ਸੋ ਇਸ ਕਰਕੇ ਆਪਾਂ ਵੀ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਸੁਣਨਾ ਕਰੀਏ। ਸੁਣਿਐ ਸਤ ਸੰਤੋਖ ਗਿਆਨ। ਸੁਣਿਆ ਸਤ ਸੰਤੋਖ ਗਿਆਨ। ਹੇ ਸਿੱਧੋ, ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੇ ਜਿਹੜੇ ਦੈਵੀ ਗੁਣ ਨੇ, ਸਤ ਸੰਤੋਖ ਆਦਿਕ ਗਿਆਨ ਆਦਿਕ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਜਗਿਆਸੂ ਸਤ ਅਤੇ ਸੰਤੋਖ ਆਦਿਕ ਗੁਣਾਂ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ। ਇਹ ਗੁਣ ਅਧਿਆਤਮਿਕ ਜੀਵਨ ਦੇ ਲਈ ਕਿੰਨੇ ਜ਼ਰੂਰੀ ਨੇ। ਤੇ ਕਈਏ ਸਤ ਰੱਖਣ ਵਾਲੇ ਜਿਹੜੇ ਧਰਮੀ ਪੁਰਸ਼ ਦਸ਼ਰਥ, ਭ੍ਰਿਗੂ ਰਿਖੀ, ਰਾਜਾ ਬਾਲ ਅਤੇ ਰਾਜਾ ਹਰੀਸ਼ਚੰਦਰ ਵਰਗੇ ਜਿਹੜੇ ਹੋਏ ਨੇ, ਗਿਆਨਵਾਨ ਪੁਰਸ਼ ਜਿਹੜੇ ਜੋ ਵਸ਼ਿਸ਼ਟ ਮੁਨੀ ਜੀ ਵਰਗੇ, ਇਹ ਸਾਰੇ ਹੀ ਸੁਣਿਆ ਸ਼ਰਵਣ ਦੀ ਮਹਿਮਾ ਜਿਹੜੀ ਆ ਉਹਨੂੰ ਮਹਾਨ ਕਹਿੰਦੇ ਨੇ। ਵਾਹਿਗੁਰੂ ਪਰਮੇਸ਼ਰ ਜੀ ਦਾ ਜਿਹੜਾ ਨਾਮ ਸ਼ਰਵਣ ਕਰਕੇ ਹੀ ਸੱਚ ਬੋਲਣ, ਸਤਪੁਰਖਾਂ ਦੀ ਸੇਵਾ ਤੇ ਸੰਗਤ ਕਰਨ ਵਾਲੇ, ਸਤ ਦੇ ਨਿਸ਼ਚੇ ਵਾਲੇ, ਸਤ ਪ੍ਰਤੱਗੀ ਤੇ ਸਤ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਈਦਾ ਹੈ। ਤੇ ਚਿੱਤ ਸੰਤੁਸ਼ਟ ਹੋ ਜਾਂਦਾ ਹੈ। ਤੇ ਇਹੋ ਜਿਹਾ ਸੰਤੋਖ ਪ੍ਰਾਪਤ ਹੋ ਜਾਂਦਾ ਕਿ ਕਿਸੇ ਪ੍ਰਕਾਰ ਦੀ ਫਿਰ ਭੁੱਖ ਨਹੀਂ ਰਹਿ ਜਾਂਦੀ। ਮਹਾਰਾਜ ਕਹਿੰਦੇ ਨੇ, ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ, ਆਣ ਨ ਕਤਹੁ ਧਾਵੈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ। ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ, ਤੇ ਪਹਿਲਾਂ ਉਹਨਾਂ ਨੇ ਉਸ ਵਾਹਿਗੁਰੂ ਦੇ ਉਪਦੇਸ਼, ਪਰਮਾਤਮਾ ਦੀ ਮਹਿਮਾ ਤੇ ਉਹਦਾ ਜਸ, ਵਾਹਿਗੁਰੂ ਦਾ ਕੀਰਤਨ ਤੇ ਨਾਮ ਸੁਣਿਆ ਹੈ, ਤਾਂ ਹੀ ਗੁਰਮੁਖ ਪਿਆਰਿਓ ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੁਣਿਐ 68 ਕਾ ਇਸਨਾਨ। ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ 68 ਜੋ 68 ਮੁਖੀ ਤੀਰਥ ਨੇ, ਉਹਨਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਹੀ ਪ੍ਰਾਪਤ ਹੁੰਦਾ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਦੋਂ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਹਾਂ ਜਾਂ ਨਾਮ ਦੀ ਵਿਚਾਰ ਕਰਦੇ ਹਾਂ, ਫਿਰ ਗੁਰਮੁਖ ਪਿਆਰਿਓ ਸਾਨੂੰ ਘਰ ਬੈਠਿਆਂ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ। 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਮਾਤਾ ਨਾਨਕੀ ਜੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ ਉਹਨਾਂ ਦੇ ਮਾਤਾ ਜੀ ਸਨ। ਤੇ ਆਪ ਜੀ ਜਦੋਂ ਕਾਂਸੀ ਦੇ ਵਿੱਚ ਠਹਿਰੇ, ਉੱਥੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਵੱਡੀ ਸੰਗਤ ਨਾਮ ਦਾ ਗੁਰੂ ਘਰ ਬਣਿਆ ਹੈ, ਜਿੱਥੇ ਹੁਣ ਨਵੀਆਂ ਇਮਾਰਤਾਂ ਬਣੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਉਸ ਗੁਰੂ ਘਰ ਦੇ ਵਿੱਚ ਇੱਕ ਪੁਰਾਣੀ ਖੂਹੀ ਆ, ਜਿੱਥੋਂ ਸੰਗਤਾਂ ਚਰਨਾ ਅੰਮ੍ਰਿਤ ਲੈਂਦੀਆਂ ਨੇ। ਤੇ ਇੱਕ ਦਿਨ ਮਾਤਾ ਜੀ ਨੂੰ ਸੰਕਲਪ ਹੋਇਆ ਤੇ ਆਪ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਉਹਨਾਂ ਦਾ ਮਨ ਗੰਗਾ ਵਿੱਚ ਇਸ਼ਨਾਨ ਕਰਨ ਨੂੰ ਕਰ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਮਾਤਾ ਜੀ ਆਪ ਜੀ ਦਾ ਸਰੀਰ ਬਿਰਧ ਹੋ ਚੁੱਕਿਆ ਹੈ, ਸੋ ਇਸ ਲਈ ਗੰਗਾ ਦੇ ਉੱਪਰ ਜਾਣ ਦੀ ਖੇਚਲ ਨਾ ਕਰਨੀ, ਤੇ ਗੰਗਾ ਇੱਥੇ ਆ ਕਿ ਆਪ ਜੀ ਦਾ ਇਸ਼ਨਾਨ ਕਰਵਾ ਜਾਵੇਗੀ। ਸੋ ਇਹ ਵਚਨ ਕਰਨ ਦੀ ਦੇਰ ਸੀ ਕਿ ਧਰਤੀ ਦੇ ਵਿੱਚੋਂ ਗੰਗਾ ਜਲ ਦਾ ਪਵਿੱਤਰ ਸੋਮਾ ਫੁੱਟ ਪਿਆ। ਉਸ ਜਲ ਦੇ ਵਿੱਚ ਜਗਤ ਮਾਤਾ ਨਾਨਕੀ ਜੀ ਨੇ ਇਸ਼ਨਾਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸੰਗਤਾਂ ਨੇ ਕਿਹਾ, ਸੱਚੇ ਪਾਤਸ਼ਾਹ ਇਹ ਬੜਾ ਆਸ਼ਚਰਜ ਕੌਤਕ ਹੋਇਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਭਾਈ ਇਹ ਨਾਮ ਦਾ ਮਹੱਤਮ ਹੈ। ਸਾਡੇ ਮਾਤਾ ਜੀ ਨਾਮ ਜਪਦੇ ਨੇ ਤੇ ਨਾਮ ਨੂੰ ਸੁਣਦੇ ਨੇ, ਇਸੇ ਕਰਕੇ ਗੰਗਾ ਵਰਗੇ ਇਹ ਤੀਰਥ ਪਵਿੱਤਰ ਹੋਣ ਦੇ ਲਈ ਮਾਤਾ ਜੀ ਦੀ ਸ਼ਰਨ ਦੇ ਵਿੱਚ ਪ੍ਰਗਟ ਹੋਏ ਨੇ। ਸੋ ਨਾਮ ਜਪਣ ਤੇ ਸੁਣਨ ਕਰਨ ਦਾ ਏਡਾ ਵੱਡਾ ਮਹੱਤਮ ਹੈ। ਗੁਰੂ ਘਰ ਦੇ ਵਿਦਵਾਨ ਵੇਦ ਵਿਆਸ ਬੜੇ ਸੋਹਣੇ ਤਰੀਕੇ ਦੇ ਨਾਲ ਲਿਖਦੇ ਨੇ। ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੈ
जैसे 68 तीर्थ परस कियो जुग चार चढ़ियो कैलाश रह्यो। जैसे लाख बार कुरुक्षेत्र में असमेत जग अभंग ठयो। जैसे कोट जन्म तप उर्द मुखी बैसंतर में तन दाह दयो। पुन अमृत नाम बसेस इति जिन एक बार श्री वाहिगुरु कहयो। उस वाहिगुरु ਦੇ ਨਾਮ ਸੁਣਨ ਸਰਵਣ ਕਰਨ ਉਹਨਾਂ ਵਾਸਤੇ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਜਦੋਂ ਅਸੀਂ ਵਾਹਿਗੁਰੂ ਪ੍ਰਮਾਤਮਾ ਜੀ ਦੇ ਨਾਮ ਨੂੰ ਸੁਣਦੇ ਹਾਂ ਜਾਂ ਉਸ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ। ਸੋ ਇਸ ਕਰਕੇ 68 ਤੀਰਥਾਂ ਦਾ ਇਸ਼ਨਾਨ ਘਰ ਬੈਠਿਆਂ ਹੀ ਬਾਣੀ ਸੁਣ ਕੇ ਬਾਣੀ ਪੜ੍ਹ ਕੇ ਸੇਵਾ ਸਿਮਰਨ ਕਰਕੇ ਹੋ ਜਾਂਦਾ ਹੈ। ਸੁਣਿਐ ਪੜ ਪੜ ਪਾਵਹਿ ਮਾਨ। ਪਹਿਲਾਂ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਸੁਣ ਕੇ ਫਿਰ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ, ਤੇ ਇਹ ਧਿਆਨ ਰੱਖਣਾ ਪੜ੍ਹ ਪੜ੍ਹ ਇਸ ਤਰ੍ਹਾਂ ਬੋਲਣਾ ਹੈ। ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ। ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਮਾਣ ਸਤਿਕਾਰ ਪਾਉਂਦੇ ਨੇ। ਤੇ ਜਿਹੜੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣਦੇ ਨੇ ਉਹ ਪਲ ਪਲ ਵਿੱਚ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ ਤੇ ਜਪ ਕੇ ਫਿਰ ਮਾਣ ਸਤਿਕਾਰ ਪਾਉਂਦੇ ਨੇ। ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ ਹੀ ਅਵਿਦਿਆ ਦੇ ਪੜ੍ਹਦੇ ਨੂੰ ਪਾੜ ਕੇ ਮਾਨ ਮੰਨਣ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੁਣਿਐ ਲਾਗੈ ਸਹਿਜ ਧਿਆਨ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਦੇ ਨਾਲ ਹੀ ਸਹਿਜ ਆਤਮ ਪਦ ਜਾਂ ਨਿਜ ਸਰੂਪ ਦੇ ਵਿੱਚ ਧਿਆਨ ਲੱਗ ਜਾਂਦਾ ਹੈ। ਤੇ ਭਾਵ ਸਿਮਰਨ ਸ਼ਰਵਣ, ਜਦੋਂ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਸ਼ਰਵਣ ਕਰਦੇ ਹਾਂ ਤੇ ਸ਼ਰਵਣ ਕਰਨ ਵਾਲਿਆਂ ਨੂੰ ਮੂਰਤੀਆਂ ਆਦਿ ਸਾਹਮਣੇ ਰੱਖ ਕੇ ਧਿਆਨ ਕਰਨ ਦੀ ਫਿਰ ਜ਼ਰੂਰਤ ਨਹੀਂ, ਤੇ ਬਲਕਿ ਕਿਸੇ ਫੋਟੋ ਦਾ ਧਿਆਨ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਉਹਨਾਂ ਦਾ ਤਾਂ ਸੁਤੇ ਸਿੱਧ ਹੀ ਫਿਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਧਿਆਨ ਜਿਹੜਾ ਹੈ ਉਹ ਲੱਗ ਜਾਂਦਾ ਹੈ। ਸੋ ਇਸ ਕਰਕੇ ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ ਹੀ ਨਿਰਗੁਣ ਪ੍ਰਭੂ ਦੇ ਸਹਿਜ ਗਿਆਨ ਤੇ ਸਰਗੁਣ ਸਤਿਗੁਰੂ ਦੇ ਧਿਆਨ ਵਿੱਚ ਮਨ ਲੱਗ ਜਾਂਦਾ ਹੈ। ਜਿਵੇਂ ਭਾਈ ਗੋਂਦੇ ਦਾ ਧਿਆਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਗਿਆ ਸੀ। ਨਾਨਕ ਭਗਤਾ ਸਦਾ ਵਿਗਾਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਧੋ ਪਰਮੇਸ਼ਰ ਵਾਹਿਗੁਰੂ ਦੇ ਭਗਤਾਂ ਨੂੰ ਸਦਾ ਹਮੇਸ਼ਾ ਹੀ ਵਿਗਾਸ ਕਹੀਏ ਖੇੜਾ ਬਣਿਆ ਰਹਿੰਦਾ ਹੈ ਖੁਸ਼ੀ ਦਾ। ਸੋ ਇਸ ਕਰਕੇ ਹਰ ਵੇਲੇ ਤੇ ਬ੍ਰਹਮ ਗਿਆਨ ਦਾ ਖੇੜਾ ਉਹ ਰੱਬ ਦੇ ਪਿਆਰਿਆਂ ਨੂੰ ਬਣਿਆ ਰਹਿੰਦਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣਨ ਦੇ ਨਾਲ ਸਾਰੇ ਪਾਪ ਜਿਹੜੇ ਸਾਡੇ ਗੁਨਾਹ ਨੇ ਉਹ ਨਾਸ ਹੋ ਜਾਂਦੇ ਹਨ ਜੀ। ਸੁਣਿਐ ਸਰਾ ਗੁਣਾ ਕੇ ਗਾਹ। ਕਹਿੰਦੇ ਇਹ ਸਿੱਧੋ ਉਸ ਵਾਹਿਗੁਰੂ ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ ਹੀ ਉਹ ਗੁਣਾਂ ਦਾ ਸਰਾ ਕਹੀਏ ਸਮੁੰਦਰ ਸਰੋਵਰ ਜੋ ਵੇਦ ਸ਼ਾਸਤਰ ਆਦਿਕ ਧਾਰਮਿਕ ਗ੍ਰੰਥ ਨੇ ਤਿਨਾਂ ਨੂੰ ਗਾਹ ਵਿਚਾਰ ਲੈਂਦੇ ਨੇ। ਗਾਹ ਤੋਂ ਅਵਗਾਹਨ ਹੈ ਜਿਸ ਦਾ ਅਰਥ ਹੁੰਦਾ ਵਿਚਾਰਨਾ। ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇ ਵਹਾਰੇ ਅਵਗਾਹੇ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਜੀਵ ਗੁਣਾ ਕਰਕੇ ਗੁਣਾ ਦੇ ਸਰਾ ਸਮੁੰਦਰ ਭਾਵ ਵਾਹਿਗੁਰੂ ਨੂੰ ਗਾਹ ਗ੍ਰਹਿਣ ਭਾਵ ਪ੍ਰਾਪਤ ਕਰ ਲੈਂਦੇ ਹਨ। ਸੁਣਿਐ ਸੇਖ ਪੀਰ ਪਾਤਸ਼ਾਹ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਵੱਡੇ ਵੱਡੇ ਸੇਖ ਪੀਰ ਅਤੇ ਪਾਤਸ਼ਾਹ ਉੱਚ ਪਦਵੀਆਂ ਨੂੰ ਪ੍ਰਾਪਤ ਹੁੰਦੇ ਹਨ। ਸੁਣਿਐ ਅੰਧੇ ਪਾਵਹਿ ਰਾਹੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਸੁਣਨ ਦਾ ਮਹਾਤਮ ਦੱਸਦੇ ਨੇ ਕਿ ਸੰਸਾਰਿਕ ਪੱਖ ਵਿੱਚ ਵੀ ਅਤੇ ਪਰਮਾਰਥ ਪੱਖ ਦੇ ਵਿੱਚ ਵੀ ਸੁਣਨ ਦੀ ਬਹੁਤ ਵੱਡੀ ਮਹੱਤਤਾ ਹੈ। ਜਿਵੇਂ ਅੰਨੇ ਪੁਰਸ਼ ਕਿਤੇ ਰਸਤਾ ਭਟਕ ਜਾਣ ਤਾਂ ਅੱਖਾਂ ਵਾਲਾ ਪੁਰਸ਼ ਆਵਾਜ਼ ਦੇ ਕੇ ਉਹਨੂੰ ਰਸਤਾ ਦੱਸ ਦਿੰਦਾ ਹੈ। ਖੱਬੇ ਜਾਂ ਸੱਜੇ ਹੋਣ ਦਾ ਸ਼ਬਦ ਸੁਣਦਿਆਂ ਹੀ ਅੰਨੇ ਪੁਰਸ਼ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਦਿਸਦਾ ਉਹ ਸਿੱਧੇ ਰਸਤੇ ਪੈ ਜਾਂਦੇ ਨੇ। ਸੋ ਵਾਹਿਗੁਰੂ ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ
ਅੰਧੇ ਕਹੀਏ ਅਗਿਆਨੀ ਜੀਵ ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ, ਅਗਿਆਨੀ ਜੀਵ ਵੀ ਭਗਤੀ ਸਹਿਤ ਗਿਆਨ ਦੇ ਰਾਹ ਕਹੀਏ ਰਸਤੇ ਦੇ ਉੱਪਰ ਉਹ ਤੁਰਦੇ ਨੇ। ਗੁਰਬਾਣੀ ਦੇ ਵਿੱਚ ਅੰਧਾ ਸ਼ਬਦ ਅਗਿਆਨੀ ਵਾਸਤੇ ਵੀ ਵਰਤਿਆ ਹੈ। ਮਹਾਰਾਜ ਕਹਿੰਦੇ ਨੇ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਖਸਮ ਹੋ ਕੁੱਥੇ ਜਾਹੇ। ਵਾਹਿਗੁਰੂ ਪ੍ਰਭੂ ਦਾ ਨਾਮ ਸੁਣ ਕੇ ਐਸੇ ਅਗਿਆਨਤਾ ਕਰਕੇ ਅੰਧੇ ਵਿਵੇਕ ਵੈਰਾਗ ਦੇ ਨੇਤਰਾਂ ਤੋਂ ਜਿਹੜੇ ਹੀਣੇ ਪੁਰਸ਼ ਹੁੰਦੇ ਨੇ ਉਹਨਾਂ ਨੂੰ ਗਿਆਨ ਮਾਰਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਭਾਵ ਗਿਆਨ ਆ ਜਾਂਦਾ ਹੈ। ਨਾਮ ਸੁਣਿਆ ਘਟ ਚਾਨਣਾ ਹਨੇਰ ਗਵਾਵੈ। ਅਤੇ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹਨਾਂ ਦੇ ਅੰਦਰ ਪ੍ਰਕਾਸ਼ ਹੁੰਦਾ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਬ੍ਰਹਮ ਬੇਤੇ ਪੁਰਸ਼ ਅੰਧੇ ਅਗਿਆਨ ਕਰਕੇ ਹੋਏ ਅੰਧਿਆਂ ਅਗਿਆਨੀਆਂ ਨੂੰ ਰਾਹ ਗਿਆਨ ਦੇ ਰਸਤੇ ਉੱਪਰ ਪਾਉਂਦੇ ਹਨ। ਸੁਣਿਆ ਹਾਥ ਹੋਵੈ ਅਸਗਾਹੋ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ, ਸੁਣਿਐ ਹਾਥ ਹੋਵੈ ਅਸਗਾਹੋ। ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਜੋ ਅਸਗਾਹੋ ਸਮੁੰਦਰ ਹੈ ਉਹ ਵੀ ਹੱਥ ਭਰ ਹੋ ਜਾਂਦਾ ਹੈ। ਜਿਵੇਂ ਰਾਮ ਨਾਮ ਦੀ ਮਹਿਮਾ ਸੁਣਨ ਵਾਲੇ ਹਨੂੰਮਾਨ ਜੀ ਵਾਸਤੇ ਹੋ ਗਿਆ ਸੀ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਉੱਪਰ ਕਲਯੁਗੀ ਜੀਵਾਂ ਦੇ ਉੱਪਰ ਕਿਰਪਾ ਕਰਦੇ ਨੇ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਆਗਰੇ ਭੇਜਿਆ ਸੀ। ਜਦੋਂ 1638 ਬਿਕਰਮੀ ਭਾਦਰੋਂ ਸੁਦੀ ਤੀਜ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਖਬਰ ਮਿਲੀ ਕਿ ਭਾਈ ਗੁਰਦਾਸ ਜੀ ਸੰਗਤਾਂ ਦੇ ਸਮੇਤ ਗੋਇੰਦਵਾਲ ਸਾਹਿਬ ਵੱਲ ਨੂੰ ਚਾਲੇ ਪਰ ਕੇ ਆ ਰਹੇ ਹਨ। ਅਤੇ ਜਦੋਂ ਬਿਆਸ ਨਦੀ ਦੇ ਕੰਢੇ 'ਤੇ ਪਹੁੰਚੇ, ਬਿਆਸ ਦਰਿਆ ਦੇ ਪਹੁੰਚੇ ਕਿਨਾਰੇ 'ਤੇ ਕਿ ਵੇਖਿਆ ਵੀ ਦਰਿਆ ਦੇ ਵਿੱਚ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਸ਼ਾਮ ਦਾ ਵੇਲਾ ਸੀ, ਬੇੜੀਆਂ ਵਾਲੇ ਜਿਹੜੇ ਸੀ ਉਹ ਵੀ ਘਰਾਂ ਨੂੰ ਜਾ ਚੁੱਕੇ ਸਨ ਅਤੇ ਹੁਣ ਰਾਤ ਨੂੰ ਫਿਰ ਉੱਥੇ ਕਿਨਾਰੇ 'ਤੇ ਹੀ ਰੁਕਣਾ ਪੈਣਾ ਸੀ। ਬਹੁਤ ਹੀ ਸਤਿਕਾਰ ਅਤੇ ਸਨਮਾਨਯੋਗ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਦੇ ਨੇ, ਤੀਰ ਬਿਪਾਸਾ ਕੇ ਤਬ ਆਏ ਜਲ ਗੰਭੀਰ ਥਾਹ ਨਹਿ ਪਾਏ। ਤੀਰ ਦਾ ਅਰਥ ਹੁੰਦਾ ਕਿਨਾਰਾ, ਬਿਪਾਸਾ ਦਾ ਅਰਥ ਹੈ ਬਿਆਸ ਦਰਿਆ, ਕਿ ਜਦੋਂ ਬਿਆਸ ਦਰਿਆ ਦੇ ਕਿਨਾਰੇ ਆਏ ਅਤੇ ਜਲ ਗੰਭੀਰ ਬਹੁਤ ਜਲ ਭਰਿਆ ਹੋਇਆ ਸੀ। ਨਿਕਟ ਤਰੀ ਨਹਿ ਉਤਰ ਹੈ ਪਾਰ ਠਾਂਡੇ ਹੇ ਰਹਿ ਨਦੀ ਕਿਨਾਰ। ਕਹਿੰਦੇ ਉਸ ਸਮੇਂ ਨਾ ਉੱਥੇ ਕੋਈ ਬੇੜੀ ਵਾਲਾ ਸੀ ਜਿਹਦੇ ਉੱਤੇ ਬੈਠ ਕੇ ਪਾਰ ਕਰ ਲੈਂਦੇ, ਉਹ ਵੀ ਘਰਾਂ ਨੂੰ ਜਾ ਚੁੱਕੇ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਬਾਰੇ ਸੋਚ ਵਿਚਾਰ ਕਰ ਰਹੇ ਸੀ ਵੀ ਹੁਣ ਕੀ ਕੀਤਾ ਜਾਵੇ। ਉਸ ਵੇਲੇ ਇੱਕ ਸਿੱਖ ਨੇ ਸ਼ਬਦ ਪੜ੍ਹਿਆ, ਸੁਣਿਆ ਹਾਥ ਹੋਵੈ ਅਸਗਾਹੋ। ਇਹ ਸ਼ਬਦ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੱਕਾ ਨਿਹਚਾ ਹੋ ਗਿਆ ਵੀ ਜੇ ਅਸੀਂ ਉਸ ਵਾਹਿਗੁਰੂ ਪ੍ਰਮਾਤਮਾ ਦਾ ਜਾਪ ਕਰਦੇ ਹੋਏ ਨਦੀ ਦੇ ਵਿੱਚ ਪ੍ਰਵੇਸ਼ ਹੋਈਏ ਤਾਂ ਗੁਰੂ ਦੇ ਸ਼ਬਦ ਦੇ ਪ੍ਰਤਾਪ ਦਾ ਸਦਕਾ ਹੀ ਪਾਣੀ ਸਾਨੂੰ ਡੋਬ ਨਹੀਂ ਸਕੇਗਾ। ਅਤੇ ਇਹ ਵਿਚਾਰ ਕਰਕੇ ਭਾਈ ਗੁਰਦਾਸ ਜੀ ਸਤਨਾਮ ਦਾ ਜਾਪ ਕਰਦੇ ਹੋਏ ਅੱਗੇ ਅੱਗੇ ਅਤੇ ਸੰਗਤਾਂ ਪਿੱਛੇ ਪਿੱਛੇ ਜਾਪ ਕਰਦਿਆਂ ਹੋਈਆਂ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ। ਸਤਿਕਾਰਯੋਗ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਨਾਮ ਗੁਰਦਾਸ ਉਚਾਰਾ ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ ਜਾਨੂ ਲਗ ਜਲ ਭਾਸਲਤਾ ਕੋ ਸੰਗਤ ਸਗਲ ਦੇਖ ਕਰ ਤਾਂ ਕੋ। ਸਤਨਾਮ ਕੋ ਉਚਰਿਓ ਆਛੇ ਗਮਨ ਕੀਨ ਗੁਰਦਾਸ ਹੈ ਪਾਛੇ। ਕਟ ਲਗ ਜਲ ਕਿਸ ਕੇ ਨਹਿ ਆਇਓ ਸੰਗਤ ਸਕਲ ਪਾਰ ਉਤਰਾਇਓ। ਗੁਰ ਕਉ ਸ਼ਬਦ ਕਰਿਓ ਵੱਡ ਬੇਰਾ ਭਏ ਪਾਸ ਸਗਰੇ ਬਿਨ ਬੇਰਾ। ਕਹਿੰਦੇ ਸਾਰਿਆਂ ਦੇ ਗੋਡਿਆਂ ਤੱਕ ਹੀ ਪਾਣੀ ਰਿਹਾ ਅਤੇ ਕਿਸੇ ਦੇ ਲੱਕ ਤੱਕ ਵੀ ਨਾ ਆਇਆ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਹੀ ਬੇੜਾ ਬਣਾ ਕੇ ਸਾਰੀ ਸੰਗਤ ਪਾਰ ਹੋ ਗਈ। ਜਿਹੜੇ ਸ਼ੰਕਾਵਾਦੀ ਹੁੰਦੇ ਨੇ ਉਹ ਗੁਰੂ ਸਾਹਿਬ ਦੀ ਬਾਣੀ ਨੂੰ ਜਾਂ ਗੁਰੂ ਸਾਹਿਬ ਨੂੰ ਆਪਣੇ ਵਰਗੇ ਹੀ ਸਮਝਦੇ ਨੇ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਜਿਹੜੇ ਸਿੱਖ ਸੀ ਜਿਨ੍ਹਾਂ ਨੇ ਸਿੱਖੀ ਕਮਾਈ, ਪਿਆਰਿਓ, ਜਿਨ੍ਹਾਂ ਦਾ ਰੋਮ ਰੋਮ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਾਲਾ ਸੀ,
ਜਿਨ੍ਹਾਂ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਆਪਣੇ ਹਸਤ ਕਮਲਾਂ ਦੇ ਨਾਲ ਲਿਖਿਆ, ਗੁਰੂ ਅਰਜਨ ਸਾਹਿਬ ਜੀ ਨੇ ਲਿਖਾਇਆ। ਜੇ ਉਹੋ ਜਿਹੇ ਪਿਆਰੇ ਰੱਬ ਦੇ ਪਿਆਰੇ ਜਦੋਂ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਤੇ ਗੁਰਮੁਖ ਪਿਆਰਿਓ ਉਹ ਪਾਣੀਆਂ ਨੂੰ ਵੀ ਰੋਕ ਦਿੰਦੇ ਨੇ। ਸੋ ਇਸ ਕਰਕੇ ਕਦੇ ਵੀ ਗੁਰੂ ਇਤਿਹਾਸ ਦੇ ਉੱਪਰ, ਗੁਰਬਾਣੀ ਦੇ ਉੱਪਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਉੱਪਰ ਸ਼ੰਕਾ ਨਹੀਂ ਸਾਨੂੰ ਕਰਨੀ ਚਾਹੀਦੀ। ਜਦੋਂ ਅਸੀਂ ਸ਼ੰਕਾ ਕਰਾਂਗੇ, ਸ਼ੰਕਾਵਾਦੀ ਹੋਵਾਂਗੇ, ਸਾਡੇ ਅੰਦਰ ਸ਼ੰਕੇ ਭਰ ਜਾਣਗੇ, ਔਗਣ ਸਾਡੇ ਅੰਦਰ ਆ ਜਾਣਗੇ। ਸਰਧਾ ਬਣਾਉਣੀ ਔਖੀ ਆ। ਸੋ ਪਿਆਰਿਓ, ਗੁਰੂ ਦੇ ਉੱਪਰ ਸਰਧਾ ਬਣਾਈਏ। ਤੇ ਸੰਗਤ ਜਿਹੜੀ ਸੀ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਹੋਏ ਬਿਆਸ ਦਰਿਆ ਨੂੰ ਭਾਈ ਗੁਰਦਾਸ ਜੀ ਦੇ ਸਮੇਤ ਸਾਰੇ ਪਾਰ ਹੋ ਗਏ, ਗੋਇੰਦਵਾਲ ਸਾਹਿਬ ਪਹੁੰਚ ਗਏ। ਸੋ ਭਾਈ ਗੁਰਦਾਸ ਜੀ ਦੇ ਪਾਸੋਂ ਨਾਮ ਦੀ ਮਹਿਮਾ ਸੁਣ ਕੇ ਬਿਆਸ ਦਰਿਆ ਦਾ ਜਲ ਸਾਰੀ ਸੰਗਤ ਵਾਸਤੇ ਹੱਥ ਭਰ ਹੋ ਗਿਆ। ਸੋ ਇਸ ਕਰਕੇ ਭਾਈ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਉਹ ਸਾਨੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਵੀ ਪਾਰ ਲੰਘਾ ਦਿੰਦਾ ਹੈ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਐਡੀ ਬਖਸ਼ਿਸ਼ ਹੈ। ਨਾਨਕ ਭਗਤਾ ਸਦਾ ਵਿਗਾਸ। ਸਤਿਗੁਰੂ ਜੀ ਕਹਿੰਦੇ, ਸਿੱਧੋ ਨਾਮ ਸੁਣਨ ਦੇ ਪ੍ਰਤਾਪ ਕਰਕੇ ਭਗਤੀ ਕਰਨ ਵਾਲਿਆਂ ਨੂੰ ਸਦਾ ਵਿਗਾਸ, ਖੇੜਾ ਬਣਿਆ ਰਹਿੰਦਾ ਹੈ, ਆਨੰਦ ਰਹਿੰਦਾ ਹੈ, ਤੇ ਸਦਾ ਹੀ ਉਹ ਖੁਸ਼ੀ ਦੇ ਵਿੱਚ ਰਹਿੰਦੇ ਨੇ, ਤੇ ਉਹਨਾਂ ਨੂੰ ਖੇੜਾ ਬਣਿਆ ਰਹਿੰਦਾ ਹੈ। ਵਿਗਾਸ ਵਿਸ਼ੇਸ਼ ਕਰਕੇ ਗਾਸ ਕੀ ਚਾਨਣਾ ਹੁੰਦਾ ਹੈ। ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਉਹ ਸਦਾ ਹੀ ਖੁਸ਼ ਰਹਿੰਦੇ ਨੇ, ਕਿਉਂਕਿ ਉਹ ਹਰ ਵੇਲੇ ਉਸ ਵਾਹਿਗੁਰੂ ਦੀ ਕੀਰਤੀ ਕਰਦੇ ਨੇ, ਕੀਰਤਨ ਕਰਦੇ ਨੇ, ਤੇ ਭਗਤੀ ਕਰਨ ਕਰਕੇ ਖੁਸ਼ ਰਹਿੰਦੇ ਹਨ। ਸੁਣਿਐ ਦੁਖ ਪਾਪ ਕਾ ਨਾਸ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਦੁੱਖਾਂ ਪਾਪਾਂ ਦਾ ਪਿਆਰਿਓ ਖਾਤਮਾ ਹੋ ਜਾਂਦਾ ਹੈ। ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਨਾਮ ਦਾ ਸੁਣਨ ਕਰਨ ਦੇ ਨਾਲ, ਸ਼ਰਵਣ ਕਰਨ ਦੇ ਨਾਲ ਸ੍ਰੇਸ਼ਟ ਗੁਣਾਂ ਦੀ ਗਾਹ ਜਿਹੜੀ ਜਗ੍ਹਾ ਬਣ ਜਾਂਦੇ ਨੇ, ਤੇ ਨਾਮ ਦੇ ਸੁਣਨ ਵਾਲੇ ਸੇਖ ਪੀਰ ਪਾਤਸ਼ਾਹ ਜਿਹੜੇ ਹੁੰਦੇ ਨੇ, ਉਹ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਬਣ ਜਾਂਦੇ ਨੇ। ਸ਼ਾਸਤਰ ਗਿਆਨ ਤੋਂ ਅੰਨੇ, ਭਾਵ ਗਿਆਨ ਤੋਂ ਹੀਨੇ ਪੁਰਸ਼ ਵੀ ਭਗਤੀ ਦੇ ਸਹਿਤ ਹੋ ਕੇ ਉਸ ਵਾਹਿਗੁਰੂ ਦੇ ਨਾਮ ਦੇ ਰਸਤੇ ਤੇ ਤੁਰ ਪੈਂਦੇ ਨੇ, ਤੇ ਨਾਮ ਨੂੰ ਸੁਣਨ ਕਰਕੇ ਜਿਹੜੇ ਅਸਗਾਹੋ ਡੂੰਘੇ ਦਰਿਆ ਨੇ, ਉਹ ਵੀ ਹੱਥਕ ਭਰ ਹੋ ਜਾਂਦੇ ਨੇ। ਉਸ ਵਾਹਿਗੁਰੂ ਦੇ ਜੋ ਸੰਤ ਭਗਤ ਨੇ, ਉਹ ਕਿਸੇ ਵਾਸਨਾ ਅਧੀਨ ਹੋ ਕੇ ਨਹੀਂ ਸਿਮਰਦੇ। ਉਹਨਾਂ ਹਿਰਦੇ ਵਿੱਚ ਤਾਂ ਹਮੇਸ਼ਾ ਹੀ ਆਨੰਦ, ਖੁਸ਼ੀ ਬਣੀ ਰਹਿੰਦੀ ਹੈ। ਉਸ ਵਾਹਿਗੁਰੂ ਦੇ ਨਾਮ ਸੁਣਨ ਕਾਰਨ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਸੋ ਇਸ ਪ੍ਰਕਾਰ ਇਹਨਾਂ 4 ਪੌੜੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਦਾ ਮਹੱਤਮ ਦੱਸਿਆ ਹੈ। ਸੋ ਹੁਣ ਅਗਲੀਆਂ 4 ਪੌੜੀਆਂ ਦੇ ਵਿੱਚ ਗੁਰੂ ਸਾਹਿਬ ਜੀ ਨਾਮ ਨੂੰ ਮੰਨਣ ਦਾ ਮਹੱਤਮ ਦੱਸਣਗੇ। ਸੋ ਇਹ ਆਪਾਂ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਸਤਿਗੁਰੂ ਮਹਾਰਾਜ ਸਤਿਗੁਰਾਂ ਦੀ ਸੰਗਤ ਮਾਫੀ ਬਖਸ਼ਿਸ਼ ਕਰਨ। ਜੋ ਸਿਧਾਂਤ ਸਤਿਗੁਰਾਂ ਨੇ ਬਖਸ਼ਿਆ, ਇਹਨੂੰ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਈਏ। ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।